ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਤੇ ਜਲਦ ਆ ਸਕਦਾ ਹੈ ਫੈਸਲਾ। ਮੋਹਾਲੀ ਕੋਰਟ ਤਿਆਰ ਕਰ ਰਹੀ ਹੈ ਆਰਡਰ। ਫੈਸਲੇ ਤੋਂ ਪਹਿਲਾਂ ਮਜੀਠੀਆ ਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਐਸਐਸਪੀ ਦਫ਼ਤਰਾਂ ਦੇ ਅੱਗੇ ਦਿੱਤੇ ਧਰਨੇ। ਮਜੀਠੀਆ ਨੂੰ ਲੈ ਕੇ ਚੰਨੀ ਅਤੇ ਕੇਜਰੀਵਾਲ ਦੇ ਵਿਚਾਲੇ ਛਿੜੀ ਜ਼ੁਬਾਨੀ ਜੰਗ। ਸੀਐਮ ਬੋਲੇ ਸਾਡੀ ਕਾਰਵਾਈ ਤੇ ਜੋ ਚੁੱਕਦੇ ਨੇ ਸਵਾਲ ਖੁਦ ਇੱਕੋ ਦਬਕੇ ਤੇ ਮੰਗ ਗਏ ਸਨ ਮੁਆਫੀ। ਕੇਜਰੀਵਾਲ ਦਾ ਪਲਟਵਾਰ, ਮੈਨੂੰ ਗਾਲਾਂ ਕੱਢਣ ਦੀ ਥਾਂ ਸੀਐਮ ਮੁੱਦਿਆਂ ਤੇ ਕਰਨ ਗੱਲ। ਲੁਧਿਆਣਾ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਤੇ ਸੁਖਬੀਰ ਬਾਦਲ ਆਮੋ ਸਾਹਮਣੇ। ਸੀਐਮ ਬੋਲੇ ਧਮਾਕੇ ਦੇ ਡਰੱਗ ਕੇਸ ਦੇ ਨਾਲ ਕੀ ਜੁੜ ਸਕਦੇ ਨੇ ਤਾਰ। ਸੁਖਬੀਰ ਬੋਲੇ ਬਿਨਾਂ ਸਿਰ ਪੈਰ ਬਿਆਨ ਦਾਗ ਰਹੇ ਨੇ ਮੁੱਖ ਮੰਤਰੀ। ਕਾਨੂੰਨ ਮੰਤਰੀ ਕਿਰਨ ਰਿਜੀਜੂ ਨੇ ਲੁਧਿਆਣਾ ਕੋਰਟ ਦਾ ਕੀਤਾ ਦੌਰਾ। ਕਿਹਾ ਪੰਜਾਬ ਦੀ ਭਲਾਈ ਦੇ ਲਈ ਕੇਂਦਰ ਦੇ ਵੱਲੋਂ ਪੂਰਾ ਸਮਰਥਨ। ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕਰ ਰਹੀਆਂ ਨੇ ਕੰਮ। ਹਸਪਤਾਲ ਦੇ ਵਿੱਚ ਜਾ ਕੇ ਜਾਣਿਆ ਜ਼ਖਮੀਆਂ ਦਾ ਹਾਲ। ਇਸ ਵਾਰ ਸੁਖਬੀਰ ਬਾਦਲ ਦੇ ਖਿਲਾਫ ਜਲਾਲਾਬਾਦ ਤੋਂ ਚੋਣ ਨਹੀਂ ਲੜਨਗੇ ਭਗਵੰਤ ਮਾਨ। ਆਮ ਆਦਮੀ ਪਾਰਟੀ ਨੇ ਗੋਲਡੀ ਕੰਬੋਜ ਨੂੰ ਦਿੱਤੀ ਟਿਕਟ। ਤੀਜੀ ਲਿਸਟ ਦੇ ਵਿੱਚ 18 ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ। ਗੁਰਦਾਸਪੁਰ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਨੇ ਦਿੱਤੀ ਨਵੀਂ ਗਾਰੰਟੀ। ਕਿਹਾ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਲਈ ਤੈਨਾਤ ਕਰਾਂਗੇ ਪੁਲਿਸ। ਬੇਅਦਬੀ ਦੇ ਮੁਲਜ਼ਮਾਂ ਨੂੰ ਦੇਵਾਂਗੇ ਮਿਸਾਲੀ ਸਜ਼ਾ। 6 ਮਹੀਨੇ 'ਚ ਨਸ਼ਾ ਖਤਮ ਕਰਨ ਦਾ ਵੀ ਪ੍ਰਯਾਦਾ। ਪੁਰਾਣੇ ਭਾਈਵਾਲਾਂ ਨੂੰ ਲੈ ਕੇ ਪੰਜਾਬ ਬੀਜੇਪੀ ਦਾ ਵੱਡਾ ਦਾਅਵਾ। ਪ੍ਰਧਾਨ ਅਸ਼ਵਨੀ ਸ਼ਰਮਾ ਬੋਲੇ ਸਿਆਸੀ ਨਹੀਂ ਸਮਾਜਿਕ ਸੀ ਗੱਠਜੋੜ। ਪੰਜਾਬ ਨੂੰ ਅੱਤਵਾਦ ਦੇ ਦੌਰ ਦੇ ਵਿੱਚੋਂ ਕੱਢਣ ਦੇ ਲਈ ਹੋਏ ਸੀ ਇਕੱਠੇ। ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ। ਤੇਜ਼ ਹੋਈਆਂ ਸਿਆਸਤ ਦੇ ਵਿੱਚ ਐਂਟਰੀ ਦੀਆਂ ਚਰਚਾਵਾਂ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨਾਲ ਭੱਜੀ ਨੇ ਕੀਤੀ ਸੀ ਮੁਲਾਕਾਤ। ਕਪੂਰਥਲਾ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਗ੍ਰੰਥੀ ਸਿੰਘ ਦਾ ਮਿਲਿਆ 2 ਦਿਨ ਦਾ ਪੁਲਿਸ ਨੂੰ ਰਿਮਾਂਡ। ਕਤਲ ਕੇਸ ਦੇ ਵਿੱਚ ਪੁਲਿਸ ਨੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੂੰ ਕੀਤਾ ਸੀ ਗ੍ਰਿਫਤਾਰ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਰੇਲਵੇ ਟਰੈਕ ਦੇ ਉੱਤੇ ਉਤਾਰੇ ਟਰੈਕਟਰ। ਡੀਸੀ ਦਫ਼ਤਰ ਅੱਗੇ ਦਿੱਤੇ ਧਰਨੇ। ਉਗਰਾਹਾਂ ਧੜੇ ਵੱਲੋਂ 30 ਦਸੰਬਰ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਬਿਕਰਮ ਮਜੀਠੀਆ ਦੀ। ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਕਿਸੇ ਵੀ ਵੇਲੇ ਮੋਹਾਲੀ ਦੀ ਅਦਾਲਤ ਫੈਸਲਾ ਸੁਣਾ ਸਕਦੀ ਹੈ। ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲੇਗੀ ਜਾਂ ਨਹੀਂ, ਤੇ ਇੱਕ ਵੱਡਾ ਸਵਾਲ ਇਸ ਸਮੇਂ ਜ਼ਰੂਰ ਹੈ। ਅਦਾਲਤ ਦੇ ਹੁਕਮਾਂ ਦਾ ਇੰਤਜ਼ਾਰ ਹੁਣ ਕੀਤਾ ਜਾ ਰਿਹਾ ਹੈ। ਕਿਸੇ ਵੀ ਵੇਲੇ ਮੋਹਾਲੀ ਦੀ ਅਦਾਲਤ ਦੇ ਵੱਲੋਂ ਇਸ ਪੂਰੇ ਮੁੱਦੇ ਉੱਤੇ ਫੈਸਲਾ ਸੁਣਾਇਆ ਜਾ ਸਕਦਾ ਹੈ। ਅਦਾਲਤ ਦੇ ਫੈਸਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਬਿਕਰਮ ਮਜੀਠੀਆ ਦੇ ਉੱਤੇ ਡਰੱਗਸ ਦਾ ਕੇਸ ਦਰਜ ਕੀਤਾ ਗਿਆ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ, ਤੇ ਇਸ ਐਫਆਈਆਰ ਦੇ ਖਿਲਾਫ ਬਿਕਰਮ ਮਜੀਠੀਆ ਨੇ ਰੁਖ ਕੀਤਾ ਹੈ ਅਦਾਲਤ ਦਾ। ਪਟੀਸ਼ਨ ਦੇ ਵਿੱਚ ਐਫਆਈਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਮੋਹਾਲੀ ਦੀ ਕੋਰਟ ਦੇ ਵਿੱਚ ਪਟੀਸ਼ਨ ਲਗਾ ਕੇ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ ਬਿਕਰਮ ਮਜੀਠੀਆ ਦੇ ਵੱਲੋਂ। ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਕਿਉਂਕਿ ਇਸ ਦੇ ਉੱਤੇ ਕੱਲ ਅਰਜ਼ੀ ਲਗਾਈ ਗਈ ਸੀ। ਕੱਲ ਵੀ ਬਹਿਸ ਹੋਈ, ਅੱਜ ਇੱਕ ਵਾਰ ਫਿਰ ਤੋਂ ਬਹਿਸ ਹੋਈ। ਦੁਪਹਿਰ ਦੇ ਸਮੇਂ ਇਸ ਬਹਿਸ ਦੇ ਉੱਤੇ ਜਿਹੜੀ ਬਹਿਸ ਹੈ ਇਸ ਅਰਜ਼ੀ ਦੇ ਉੱਤੇ ਉਹ ਮੁਕੰਮਲ ਹੋ ਗਈ, ਤੇ ਉਸ ਤੋਂ ਬਾਅਦ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਦੋਂ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਂਦਾ ਹੈ। ਇਹ ਫੈਸਲਾ ਤੁਹਾਨੂੰ ਇੱਕ ਵਾਰ ਫਿਰ ਤੋਂ ਕਲੀਅਰ ਕਰ ਦਈਏ ਕਿ ਇਹ ਫੈਸਲਾ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਵਾਲੀ ਅਰਜ਼ੀ ਦੇ ਉੱਤੇ ਆਉਣਾ ਹੈ ਕਿ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ। ਜਾਂ ਗ੍ਰਿਫਤਾਰੀ ਦੀ ਤਲਵਾਰ ਇਸ ਸਮੇਂ ਬਿਕਰਮ ਮਜੀਠੀਆ ਦੇ ਉੱਤੇ ਲਟਕ ਰਹੀ ਹੈ। ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮਨੋਜ ਰਾਠੀ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਕਿੰਨੀ ਦੇਰ ਦੇ ਵਿੱਚ ਫੈਸਲਾ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ? देखो गौरव जी, आप गल करिए सवेर 10:30 ਵਜੇ ਤੋਂ ਲੈ ਕੇ ਜਿਹੜੀ ਬਹਿਸ ਹੈ ਬਚਾਅ ਪੱਖ ਦੀ ਤੇ ਦੂਜੇ ਪੱਖ ਦੀ ਲਗਾਤਾਰ ਜਾਰੀ ਹੈ। ਤੇ ਪਹਿਲਾਂ ਜਿਹੜੇ ਮਜੀਠੀਆ ਦੇ ਜਿਹੜੇ ਵਕੀਲ ਵੱਲੋਂ ਸਾਫ਼ ਤੌਰ ਤੇ ਕਈ ਚੀਜ਼ਾਂ ਤੇ ਜਿਹੜਾ ਨਿਸ਼ਾਨਾ ਸਾਧਿਆ ਗਿਆ। ਡੀਜੀਪੀ ਜਿਹੜੇ ਪੰਜਾਬ ਦੇ ਉਹਨਾਂ ਤੇ ਵੀ ਨਿਸ਼ਾਨਾ ਸਾਧਿਆ ਗਿਆ ਕਿ ਪੂਰਾ ਇੱਕ ਪੋਲੀਟੀਕਲੀ ਵੈਂਡਾਟਾ ਦੇ ਚੱਲਦੇ ਇਹ ਸਾਰੀ ਸਾਜ਼ਿਸ਼ ਹੋਈ ਹੈ ਤੇ ਸਾਡੇ ਜਿਹੜੇ ਕਲਾਇੰਟ ਨੇ ਵਿਕਰਮ ਮਜੀਠੀਆ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਲੇਕਿਨ ਦੂਜੇ ਪਾਸੇ ਜਿਹੜੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਰਮੇਸ਼ ਕੌਸ਼ਲ ਪੰਜਾਬ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੀ, ਉਹਨਾਂ ਵੱਲੋਂ ਕਿਹਾ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਸਾਜ਼ਿਸ਼ ਜਾਂ ਕਿਸੇ
ਵੀ ਤਰ੍ਹਾਂ ਦਾ ਕੋਈ ਪੋਲੀਟੀਕਲ ਵੈਂਡਾਟਾ ਨਹੀਂ ਹੈ ਕਿ ਪੂਰੇ ਜਿਹੜੇ ਤੱਥ ਨੇ FIR ਜਿਹੜੀ ਹੋਈ ਹੈ 49 ਪੇਜ ਦੀ FIR ਹੋਈ ਹੈ ਉਹਦੇ ਤੱਥ ਤੇ ਆਧਾਰ ਤੇ STF ਦੀ ਜਿਹੜੀ ਰਿਪੋਰਟ ਸੌਂਪੀ ਗਈ ਹੈ ਉਹਦੇ ਤੇ ਇਹ ਸਾਰੀ FIR ਹੋਈ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਅਗਾਊ ਜ਼ਮਾਨਤ ਦੇਣ ਦੀ ਗੱਲ ਬਣਦੀ ਨਹੀਂ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਈ ਚੀਜ਼ਾਂ ਜਿਹੜੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਵੀ ਸਾਰੇ ਨੂੰ ਇਹ ਇੰਤਜ਼ਾਰ ਹੈ, ਸਾਰਿਆਂ ਦਾ ਇੰਤਜ਼ਾਰ ਹੈ ਕਿ ਹੁਣ ਜਿਹੜਾ ਫੈਸਲਾ ਆਰਡਰ ਰਿਜ਼ਰਵ ਜਿਹੜਾ ਰੱਖਿਆ ਗਿਆ ਸੀਗਾ ਉਹ ਕਿਹਦੇ ਪੱਖ 'ਚ ਆਣਾ ਹੈ। ਐਂਟੀ ਜਿਹੜੀ ਬੇਲ ਹੈ ਉਹ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ, ਜਾਂ ਰਿਲੀਫ ਜਿਹੜਾ ਹੈ ਮਜੀਠੀਆ ਨੂੰ ਮਿਲਦਾ ਜਾਂ ਨਹੀਂ ਮਿਲਦਾ, ਜਾਂ ਫਿਰ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਹਾਈ ਕੋਰਟ ਦਾ ਰੁਖ ਕਰਨਗੇ। ਅਸੀਂ ਇਸ ਵੇਲੇ ਮੋਹਾਲੀ ਕੋਰਟ ਦੇ ਬਾਹਰ ਖੜੇ ਹਾਂ ਤੇ ਹੁਣ ਵੀ ਜਿਹੜੀ ਬਿਲਕੁਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਕੁਝ ਹੀ ਦੇਰ ਤੱਕ ਅਸੀਂ ਕਹਿ ਸਕਦੇ ਹਾਂ ਕਿ ਕੁਝ ਹੀ ਦੇਰ ਤੱਕ, ਕਿਉਂਕਿ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਆਰਡਰਸ ਜਿਹੜੇ ਹੈ ਉਹ ਕੰਪਲੀਟ ਹੋਣ ਵਾਲੇ ਹੈ ਤੇ ਕੁਝ ਹੀ ਦੇਰਾਂ 'ਚ ਇਹ ਜਿਹੜੇ ਆਰਡਰਸ ਹੈ ਉਹ ਪੜ੍ਹ ਕੇ ਸੁਣਾਏ ਜਾਣਗੇ। ਯਾਨੀ ਕਿ ਵਿਕਰਮ ਮਜੀਠੀਆ ਨੂੰ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਐਡਵੋਕੇਟਸ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਐਂਟਰੀਮ ਦਿੱਤੀ ਜਾਵੇ ਤੇ ਉਹਨਾਂ ਨੂੰ ਜਿਹੜੀ ਜਾਂਚ ਵਾਸਤੇ ਬੁਲਾਇਆ ਜਾਵੇ। ਉਹ ਜਾਂਚ ਸ਼ਾਮਿਲ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਜਾਂਚ ਸ਼ਾਮਿਲ ਕੀਤਾ ਜਾਵੇ, ਲੇਕਿਨ ਉਹਨਾਂ ਨੂੰ ਐਂਟਰੀਮ ਦਿੱਤੀ ਜਾਵੇ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੇ ਪੱਖ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲ ਜਿਹੜੀ ਹੈ ਉਹ ਨਹੀਂ ਮਿਲਣੀ ਚਾਹੀਦੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਜਿਹੜਾ NDPS ਐਕਟ ਦੇ ਜਿਹੜੀ IPC ਸੈਕਸ਼ਨ ਲੱਗੀ ਹੋਈ ਹੈ ਗੌਰਵ, ਉਹ ਕਾਫੀ ਜ਼ਿਆਦਾ ਸਟਰੋਂਗ ਨੇ। 27A यानी कि 27A ਦਾ ਮਤਲਬ ਹੈ ਕਮਰਸ਼ਲ ਕੁਆਂਟੀਟੀ, यानी कि ट्रेड वास्ते, यानी कि ਇਹ ਵਪਾਰ ਵਾਸਤੇ, ਡਰੱਗਸ ਦੀ ਵਪਾਰ ਵਾਸਤੇ ਜਿਹੜੀ ਹੈ ਉਹਦੀ ਇਸ ਤਰ੍ਹਾਂ ਦੀ ਧਾਰਾ ਲੱਗੀ ਹੋਈ ਹੈ ਤਾਂ ਇਸ ਕਰਕੇ ਉਹਨਾਂ ਨੂੰ ਬੇਲ ਨਹੀਂ ਦਿੱਤੀ ਜਾਣੀ ਚਾਹੀਦੀ। ਲੇਕਿਨ ਕਾਫੀ ਪੂਰਾ ਦਿਨ ਅੱਜ ਬਹਿਸਬਾਜ਼ੀ ਚੱਲੀ ਹੈ। ਪਹਿਲਾਂ ਮਜੀਠੀਏ ਦੇ ਜਿਹੜੇ ਐਡਵੋਕੇਟਸ ਨੇ ਉਹਨਾਂ ਵੱਲੋਂ ਲਗਾਤਾਰ 2 ਤੋਂ 2.5 ਘੰਟੇ ਬਹਿਸ ਕੀਤੀ ਹੈ ਸਾਰੇ ਤੱਥ ਦੇ ਆਧਾਰ ਤੇ ਕਿ ਕਿਸ ਤਰ੍ਹਾਂ ਸਰਕਾਰ ਉਹਨਾਂ ਨੂੰ ਫਸਾਉਣਾ ਚਾਹੁੰਦੀ ਹੈ। ਉਹ ਖੁਦ ਇੱਕ ਲੀਡਰ ਨੇ, ਇਲੈਕਸ਼ਨਸ ਬਿਲਕੁਲ ਨੇੜੇ ਨੇ ਤੇ ਇਸ ਤਰ੍ਹਾਂ ਇੱਕ ਪੋਲੀਟੀਕਲੀ ਸਾਜ਼ਿਸ਼ ਦੇ ਤਹਿਤ ਖੁਦ 3 DGP ਜਿਹੜੇ ਚੇਂਜ ਹੋਏ ਨੇ ਤੇ ਹੁਣ ਇਹ DGP ਜਿਹੜੇ ਪਹੁੰਚਦੇ ਨੇ ਨਾਲ ਹੀ DGP ਦੇ ਚੇਂਜ ਹੁੰਦੇ ਹੀ ਇਸ ਤਰ੍ਹਾਂ ਦੀ FIR ਹੁੰਦੀ ਹੈ। ਲੇਕਿਨ ਹੁਣ ਸ਼ਾਮ ਦਾ ਸਮਾਂ ਹੋ ਚੱਲਿਆ, 6 ਵਜੇ ਦਾ ਸਮਾਂ ਹੋ ਚੱਲਿਆ, ਲੇਕਿਨ ਹਜੇ ਤੱਕ ਸਸਪੈਂਸ ਬਰਕਰਾਰ ਹੈ। ਆਰਡਰਸ ਦੀ ਕਾਪੀ ਬਿਲਕੁਲ ਹੁਣ ਕਹਿ ਸਕਦੇ ਹਾਂ ਕਿ ਕੁਝ ਹੀ ਸਮਾਂ ਤੱਕ ਤੁਸੀਂ ਦੇਖੋਗੇ ਨਿਊਜ਼ 18 ਤੇ ਕਿ ਹੁਣ ਉਹਨੂੰ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ, ਇਹ ਹੁਣ ਦੇਖਣਾ ਹੋਵੇਗਾ। ਗੌਰਵ ਠੀਕ ਹੈ, ਤੁਸੀਂ ਨਜ਼ਰ ਬਣਾਏ ਰੱਖਣਾ, ਅੱਗੇ ਵੀ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ। ਫਿਲਹਾਲ ਦੇ ਲਈ ਬਹੁਤ-ਬਹੁਤ ਧੰਨਵਾਦ। ਮਨੋਜ ਰਾਠੀ ਸਾਡੇ ਸਹਿਯੋਗੀ ਮੋਹਾਲੀ ਅਦਾਲਤ ਦੇ ਬਾਹਰ ਮੌਜੂਦ ਨੇ। ਜਿਵੇਂ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਅਪਡੇਟ ਆਉਂਦਾ ਹੈ ਫੌਰੀ ਤੌਰ ਦੇ ਉੱਤੇ ਅਸੀਂ ਮਨੋਜ ਦਾ ਰੁਖ ਕਰਾਂਗੇ, ਪੂਰੀ ਇਨਫੋਰਮੇਸ਼ਨ ਦੇ ਨਾਲ ਉਹ ਸਾਡੇ ਨਾਲ ਜੁੜਨਗੇ। ਵਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਇਹ ਉਮੀਦ ਹੋ ਰਹੀ ਹੈ ਕਿ ਅਗਲੇ ਕੁਝ ਦੇਰ ਦੇ ਵਿੱਚ, ਅਗਲੇ ਕੁਝ ਮਿੰਟਾਂ ਦੇ ਵਿੱਚ ਇਹ ਕਲੀਅਰ ਹੋ ਜਾਏਗਾ। ਉਧਰ ਅਕਾਲੀ ਦਲ ਦੇ ਵੱਲੋਂ ਮਜੀਠੀਆ ਦੇ ਖਿਲਾਫ ਕੀਤੇ ਗਏ ਕੇਸ ਨੂੰ ਲੈ ਕੇ ਸੂਬੇ ਭਰ ਦੇ ਵਿੱਚ SSP ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਗਏ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਸਰਕਾਰ ਮਜੀਠੀਆ ਨੂੰ ਗਲਤ ਤਰੀਕੇ ਦੇ ਨਾਲ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਡਰੱਗ ਕੇਸ ਦੇ ਵਿੱਚ SSP ਦਫ਼ਤਰਾਂ ਦੇ ਅੱਗੇ ਅਕਾਲੀ ਦਲ ਪ੍ਰਦਰਸ਼ਨ ਕਰਦਾ ਨਜ਼ਰ ਆਇਆ ਹੈ। ਪੂਰੇ ਸੂਬੇ ਭਰ ਦੇ ਵਿੱਚ 7 ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਤਰਨਤਾਰਨ, ਖੰਨਾ, ਬਰਨਾਲਾ, ਸੰਗਰੂਰ, ਗੁਰਦਾਸਪੁਰ, ਜਲੰਧਰ, ਫਾਜ਼ਿਲਕਾ ਦੀਆਂ ਤੇ ਪੰਜਾਬ ਭਰ ਦੇ ਵਿੱਚ ਤਸਵੀਰਾਂ ਨਜ਼ਰ ਆਈਆਂ ਨੇ। ਡਰੱਗ ਕੇਸ ਦੇ ਵਿੱਚ ਸੋਮਵਾਰ ਨੂੰ ਜਿਹੜੀ FIR ਦਰਜ ਕੀਤੀ ਗਈ ਵਿਕਰਮ ਮਜੀਠੀਆ ਦੇ ਖਿਲਾਫ ਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਹੈ। ਹਾਲਾਂਕਿ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਵੀ ਅਰਜ਼ੀ ਲਗਾਈ ਗਈ। ਇੱਕ ਵਰਕਰ ਤਿਆਰ ਹੈ, ਜਦੋਂ ਵੀ ਵੱਡੇ ਪੱਧਰ ਤੇ ਕੋਈ ਮੋਰਚਾ ਲਾਉਣ ਦਾ ਕੋਈ ਪ੍ਰੋਗਰਾਮ ਪਾਰਟੀ ਦਊਗੀ। ਸਵਾਈ ਦੇ ਵਰਕਰ, BSP ਦੇ ਸਾਡੇ ਜੁਝਾਰੂ ਵਰਕਰ ਸਾਹਿਬਾਨ, ਗੁਲਜਾਰੀ ਮੋੜ ਜੀ, ਸਾਡੇ ਸਤਿਕਾਰਯੋਗ ਬਾਬੂ ਪ੍ਰਕਾਸ਼ ਚੰਦ ਜੀ ਗਰਗ ਵੀ ਆਪਣੇ ਤੇ ਕਰਦੀਆਂ ਤੇ ਸਹਿੰਦੇ ਵੀ ਆਪਾਂ ਇਹਨਾਂ ਦੇ ਖਿਲਾਫ ਅੱਜ ਆਪਾਂ ਉਹਦੇ ਇਕਜੁੱਟ ਹੋਏ ਆ। ਜੋ ਬਿੰਦਰਜੀਤ ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਇੱਕ ਵਰਕਰ ਤਿਆਰ ਹੈ, ਜਦੋਂ ਵੀ ਵੱਡੇ ਪੱਧਰ ਤੇ ਕੋਈ ਮੋਰਚਾ ਲਾਉਣ ਦਾ ਕੋਈ ਪ੍ਰੋਗਰਾਮ ਪਾਰਟੀ ਮੌਜੂਦਾ ਸਰਕਾਰ ਨੂੰ ਇਹ ਸੁਨੇਹਾ ਦੇਣ ਵਾਸਤੇ ਕਿ ਥੱਲੇ ਤੋਂ ਲੈ ਕੇ ਉੱਤੇ ਤੱਕ, ਵੋਟਰ ਤੋਂ ਲੈ ਕੇ ਸਭ ਪ੍ਰਕਾਸ਼ ਸਿੰਘ ਬਾਦਲ ਤੱਕ ਸਮੁੱਚਾ ਅਕਾਲੀ ਦਲ ਸਭ ਬਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜਾ ਹੈ। ਔਰ ਜਿਹੜੇ ਇਹਨਾਂ ਨੇ ਗੁਨਾਹ ਕੀਤਾ ਪੰਜਾਬ ਦੇ ਲੋਕ ਬਖਸ਼ਣਗੇ ਨਹੀਂ। ਪੰਜਾਬ ਦੇ ਲੋਕ ਅੱਜ ਲਾਹਣਤਾਂ ਪਾ ਰਹੇ ਨੇ। ਸਰਦਾਰ ਬਰਜਿੰਦਰ ਸਿੰਘ ਹਮਦਰਦ ਵਰਗੀ ਸ਼ਖਸੀਅਤ, ਜਿਹੜੇ ਐਡੇ ਵੱਡੇ ਸਾਡੇ ਨਾਮਵਰ ਦੇਸ਼ ਦੇ ਜਿਹੜੇ ਪੱਤਰਕਾਰ ਨੇ, ਉਹਨਾਂ ਵੱਲੋਂ ਲਾਹਣਤਾਂ ਪਾਈਆਂ ਜਾ ਰਹੀਆਂ ਨੇ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਡਰਦਿਆਂ ਮਾਰਿਆਂ ਇੱਕ ਧਾਕੜ ਆਗੂ ਨੂੰ ਸ਼ਿਕਾਰ ਬਣਾਉਂਦੇ ਹੋਏ ਆ ਸਭ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਆ ਸ਼ਿਕਾਰ ਬਣਾਇਆ ਗਿਆ, ਝੂਠੇ ਪਰਚੇ ਵਸਾਇਆ ਗਿਆ। ਹੁਣ ਇਹਨਾਂ ਕੋਲ ਜੋ ਹੁੰਦਾ ਕਰ ਲੈਣ, ਸਾਡਾ ਸਿੱਧਾ ਇਹਨਾਂ ਨੂੰ ਚੈਲੰਜ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ।
ਉਸ ਤੋਂ ਪਹਿਲਾਂ ਇਸ ਵੱਡੀ ਖਬਰ ਦੇ ਉੱਤੇ ਇੱਕ ਵਾਰ ਫਿਰ ਤੋਂ ਬਣੇ ਹੋਏ ਆ ਅਪਡੇਟ ਕੁਝ ਆ ਰਿਹਾ, ਉਸ ਦਾ ਰੁਖ ਕਰਾਂਗੇ, ਕੋਸ਼ਿਸ਼ ਕਰਾਂਗੇ। ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ FIR ਹੋਈ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾ ਰਿਹਾ। SSP ਦਫ਼ਤਰਾਂ ਦੇ ਬਾਹਰ ਅਕਾਲੀ ਦਲ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ। ਵੱਖ-ਵੱਖ ਥਾਵਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅਕਾਲੀ ਦਲ ਦੇ ਵੱਲੋਂ ਤਾਂ ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਬੇਲ ਮਿਲਦੀ ਹੈ ਕਿ ਨਹੀਂ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ। ਵੱਡੀ ਖਬਰ ਹੈ ਇਸ ਸਮੇਂ ਦੀ, ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ। ਜੀ ਹਾਂ, ਜੋ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਇਸ ਸਮੇਂ ਕੀਤਾ ਜਾ ਰਿਹਾ ਸੀ, ਉਸ ਨੂੰ ਲੈ ਕੇ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਵੱਡੀ ਖਬਰ ਇਸ ਸਮੇਂ ਦੀ, ਬਿਕਰਮ ਮਜੀਠੀਆ ਦੇ ਉੱਤੇ ਜੋ ਗ੍ਰਿਫਤਾਰੀ ਦੀ ਤਲਵਾਰ ਹੈ ਉਹ ਫਿਲਹਾਲ ਹਟਦੀ ਹੋਈ ਨਜ਼ਰ ਨਹੀਂ ਆ ਰਹੀ। ਤਾਂ ਗ੍ਰਿਫਤਾਰੀ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਅਗਾਊਂ ਜ਼ਮਾਨਤ ਦੀ ਅਰਜ਼ੀ ਲੈ ਕੇ ਬਿਕਰਮ ਮਜੀਠੀਆ ਦੇ ਵਕੀਲ ਪਹੁੰਚ ਗਏ ਸਨ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਬਿਕਰਮ ਮਜੀਠੀਆ ਦੇ ਲਈ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਪਰ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ। ਸੋਮਵਾਰ ਨੂੰ ਬਿਕਰਮ ਮਜੀਠੀਆ ਦੇ ਉੱਤੇ ਡਰੱਗਸ ਮਾਮਲੇ ਦੇ ਵਿੱਚ NDPS ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਮਾਮਲਾ। ਜਿਹੜੀ FIR ਦਰਜ ਹੋਈ ਉਸ ਦੇ ਵਿੱਚ ਧਾਰਾ 25, 27A ਤੇ 29 ਧਾਰਾ ਜੋੜੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਧਾਰਾਵਾਂ NDPS ਐਕਟ ਦੇ ਤਹਿਤ ਜਦੋਂ ਲੱਗਦੀਆਂ ਨੇ, NDPS ਐਕਟ ਦੀਆਂ ਧਾਰਾਵਾਂ ਲੱਗਦੀਆਂ ਨੇ ਤਾਂ ਫਿਰ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਜ਼ਰੂਰਤ ਨਹੀਂ ਹੁੰਦੀ। ਪਰ ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਅਦਾਲਤ ਦੇ ਵਿੱਚ। ਤਰਕ ਦਿੱਤਾ ਗਿਆ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਜਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ, ਇਹ ਇਲਜ਼ਾਮ ਲਗਾਏ ਗਏ ਤੇ ਹੁਣ ਜਾਣਕਾਰੀ ਹੈ ਕਿ ਬਿਕਰਮ ਮਜੀਠੀਆ ਦੀ ਉਹ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਯਾਨੀ ਅਦਾਲਤ ਤੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ। ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ। ਜੋ ਉਹਨਾਂ ਦੇ ਵੱਲੋਂ ਅਗਾਊਂ ਜ਼ਮਾਨਤ ਵਾਲੀ ਪਟੀਸ਼ਨ ਲੈ ਕੇ ਉਹਨਾਂ ਦੇ ਵਕੀਲ ਪਹੁੰਚੇ ਸਨ ਅਦਾਲਤ ਦੇ ਵਿੱਚ। ਵੱਡੀ ਖਬਰ ਹੈ ਇਸ ਸਮੇਂ ਦੀ, ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਉਣ ਤੋਂ ਬਾਅਦ ਹੁਣ ਰਾਹਤ ਨਹੀਂ ਮਿਲੀ ਹੈ, ਯਾਨੀ ਕਿ ਗ੍ਰਿਫਤਾਰੀ ਦੀ ਤਲਵਾਰ ਇਸ ਸਮੇਂ ਲਟਕ ਰਹੀ ਹੈ। ਬਿਕਰਮ ਮਜੀਠੀਆ ਦੇ ਉੱਤੇ ਸੋਮਵਾਰ ਨੂੰ FIR ਦਰਜ ਹੋਈ ਸੀ ਉਹਨਾਂ ਦੇ ਖਿਲਾਫ ਤੇ ਹੁਣ ਤੱਕ ਬਿਕਰਮ ਮਜੀਠੀਆ ਕਿੱਥੇ ਨੇ ਨਹੀਂ ਪਤਾ। ਦੂਜੇ ਪਾਸੇ ਇੱਕ SIT 3 ਮੈਂਬਰੀ ਬਣਾਈ ਗਈ ਹੈ। ਤੁਸੀਂ ਸਾਰਾ ਦਿਨ ਬਹਿਸ ਕੀਤੀ ਹੈ, ਕਈ ਤੱਥ ਤੁਸੀਂ ਰੱਖੇ, DGP ਤੇ ਵੀ ਨਿਸ਼ਾਨਾ ਸਾਧਿਆ, ਲੇਕਿਨ ਤੁਸੀਂ ਕਹਿ ਰਹੇ ਸੀ ਕਿ ਕੌਨਫੀਡੈਂਟ ਜ਼ਰੂਰ ਹੈ ਕਿ ਸਾਨੂੰ ਜਿਹੜੀ ਹੈ ਰਾਹਤ ਜਿਹੜੀ ਜ਼ਰੂਰ ਮਿਲੇਗੀ, ਲੇਕਿਨ ਹਜੇ ਕੁਝ ਤਰ੍ਹਾਂ ਦੇਖੋ ਜੀ, ਸਾਡਾ ਕੰਮ ਦਲੀਲਦਾਰ ਰੱਖਣਾ, ਫੈਸਲਾ ਤਾਂ ਕੋਰਟਸ ਤੇ ਹੈ ਜੀ। ਔਰ ਆਨਰੇਬਲ ਐਡੀਸ਼ਨਲ ਸੈਸ਼ਨ ਜੱਜ ਨੇ ਇਨ ਇਟਸ ਵਿਜ਼ਡਮ ਐਂਟੀਸਿਪੇਟਰੀ ਬਿਲ ਡਿਸਮਿਸ ਕਰਤੀ ਹੈ, ਆਰਡਰ ਹਲੇ ਮਿਲਿਆ ਨਹੀਂ ਹੈ। ਸਰ, ਜਿਸ ਤਰੀਕੇ ਦੇ ਨਾਲ ਚੀਮਾ ਜੀ ਵੱਲੋਂ 2 ਘੰਟੇ ਬਹਿਸ ਕੀਤੀ ਤੁਹਾਡੇ ਵੱਲੋਂ ਔਰ ਕਿਹਾ ਗਿਆ ਸੀਗਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ, ਉਹ ਤਾਂ ਅਸੀਂ ਹੁਣ ਵੀ ਕਹਿੰਦੇ ਹਾਂ ਜੀ, ਹੈ ਹੀ ਐਬਸੋਲੂਟਲੀ ਪੋਲੀਟੀਕਲ ਕੋਰਟ ਹੁਣ ਹਾਈ ਕੋਰਟ ਜਸਟ ਵਨ ਲੈਵਲ ਜੀ, ਹਲੇ ਤਾਂ ਸਭ ਤੋਂ ਥੱਲੇ ਕੋਰਟ 'ਚ ਹੋਇਆ ਜੀ, ਹਾਈ ਕੋਰਟ ਦਾ ਆਬਵੀਅਸਲੀ ਜੀ, ਹੋਰ ਕਿਸੇ ਜਾਵਾਂਗੇ ਜੀ ਹਲੇ। ਠੀਕ ਹੈ ਡਨ। ਤਾਂ ਜਿਹੜੇ ਵਕੀਲ ਨੇ ਬਿਕਰਮ ਮਜੀਠੀਆ ਦੇ ਉਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਹੈ, ਪੋਲੀਟੀਕਲ ਵੈਂਡੇਟਾ ਇਸ ਪੂਰੇ ਮਾਮਲੇ ਦੇ ਪਿੱਛੇ। ਪਰ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ। ਨਾਲ ਹੀ ਜਿਹੜੇ ਬਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਦਾਅਵਾ ਕਰ ਦਿੱਤਾ ਗਿਆ ਕਿ ਹੁਣ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਇਸ ਪੂਰੇ ਮਾਮਲੇ ਦੇ ਵਿੱਚ ਅਰਜ਼ੀ ਲਗਾਈ ਜਾਏਗੀ ਅਗਾਊਂ ਜ਼ਮਾਨਤ ਦੇ ਲਈ, ਹਾਈ ਕੋਰਟ ਦਾ ਰੁਖ ਬਿਕਰਮ ਮਜੀਠੀਆ ਕਰਨਗੇ। ਖੈਰ, ਮੋਹਾਲੀ ਦੀ ਅਦਾਲਤ ਤੋਂ ਜ਼ਮਾਨਤ ਅਰਜ਼ੀ ਦੇ ਉੱਤੇ ਰਾਹਤ ਨਹੀਂ ਮਿਲੀ ਹੈ ਬਿਕਰਮ ਮਜੀਠੀਆ ਨੂੰ ਤੇ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ। ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ। ਤੁਹਾਨੂੰ ਦੱਸ ਦਈਏ ਪੂਰਾ ਮਾਮਲਾ ਕੀ ਹੈ। ਸੋਮਵਾਰ ਨੂੰ ਬਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਦੇ ਕੇਸ ਦਾ ਵਿੱਚ ਇੱਕ FIR ਦਰਜ ਕੀਤੀ ਗਈ ਹੈ। STF ਦੀ ਰਿਪੋਰਟ ਨੂੰ ਆਧਾਰ ਬਣਾਇਆ ਗਿਆ ਤੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਬਿਕਰਮ ਮਜੀਠੀਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। NDPS ਐਕਟ ਲਗਾਇਆ ਗਿਆ ਹੈ। ਜੋ FIR ਦਰਜ ਕੀਤੀ ਗਈ ਮੋਹਾਲੀ ਦੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ FIR ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ। ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵਕੀਲ ਅਰਜ਼ੀ ਲੈ ਕੇ ਪਹੁੰਚੇ ਸੀ ਅਗਾਊਂ ਜ਼ਮਾਨਤ ਦੇ ਲਈ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਤਰਕ ਦਿੱਤਾ ਗਿਆ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਠੋਸ ਸਬੂਤ ਬਿਕਰਮ ਮਜੀਠੀਆ ਦੇ ਖਿਲਾਫ ਨਹੀਂ ਹੈ। ਉਹ ਇੱਕ ਪੋਲੀਟੀਕਲ ਲੀਡਰ ਨੇ, ਵੱਡੇ ਪੋਲੀਟੀਕਲ ਲੀਡਰ ਨੇ, ਇਸ ਕਰਕੇ ਸਿਆਸੀ ਬਦਲਾਖੋਰੀ ਦੇ ਤਹਿਤ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ FIR ਦਰਜ ਹੋਈ ਹੈ। ਤਾਂ ਸਿਆਸਤ ਤੋਂ ਪ੍ਰੇਰਿਤ ਹੈ ਪੂਰਾ ਮਾਮਲਾ ਇਸ ਸਮੇਂ ਕਿਹਾ ਜਾ ਰਿਹਾ ਸੀ। ਮਜੀਠੀਆ ਦੀ ਅਗਾਊਂ ਜ਼ਮਾਨਤ ਜੋ ਲਗਾਈ ਗਈ ਸੀ ਉਸ ਦੇ ਵਿੱਚ ਖੈਰ ਫਿਲਹਾਲ ਜੋ ਜਾਣਕਾਰੀ ਹੈ ਕਿ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਿਜ ਹੋ ਚੁੱਕੀ ਹੈ। ਯਾਨੀ ਫਿਲਹਾਲ ਮੋਹਾਲੀ ਦੀ ਅਦਾਲਤ ਤੋਂ ਤਾਂ ਬਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਜ਼ਰੂਰ ਹਾਈ ਕੋਰਟ ਦਾ ਰੁਖ ਕਰਾਂਗੇ, ਇਹ ਸਾਫ਼ ਕੀਤਾ ਗਿਆ ਹੈ ਬਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ। ਲਾਜ਼ਮੀ ਤੌਰ ਤੇ ਹੁੰਦਾ ਜਦੋਂ ਹੇਠਲੀ ਅਦਾਲਤ ਦੇ ਵਿੱਚੋਂ ਕੋਈ ਰਾਹਤ ਨਾ ਮਿਲੇ ਤਾਂ ਉਸ ਤੋਂ ਬਾਅਦ ਉਸ ਤੋਂ ਉੱਤੇ ਦੀ ਅਦਾਲਤ ਦਾ ਰੁਖ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦਾ ਰੁਖ ਕੀਤਾ ਜਾਏਗਾ। ਹਾਈ ਕੋਰਟ ਦੇ ਵਿੱਚ ਜਾ ਕੇ ਦੁਬਾਰਾ ਤਰਕ ਹੋਣਗੇ, ਦੁਬਾਰਾ ਜਿਹੜੇ ਹੋਏਗੀ ਇਸ ਪੂਰੇ ਮਾਮਲੇ ਦੇ ਉੱਤੇ ਬਹਿਸ ਹੋਏਗੀ ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਕੀ ਰੁਖ ਹੋਏਗਾ ਉਸ ਦੇ ਉੱਤੇ ਨਜ਼ਰ ਰਹੇਗੀ। ਸਿੱਧਾ ਰੁਖ ਕਰਦੇ ਮੋਹਾਲੀ ਅਦਾਲਤ ਤੋਂ। ਸਾਡੇ ਮੋਹਾਲੀ ਅਦਾਲਤ ਦੇ ਬਾਹਰ ਤੋਂ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਰਹੇ ਨੇ ਮਨੋਜ ਰਾਠੀ। ਮਨੋਜ, ਰਾਹਤ ਨਹੀਂ ਮਿਲੀ ਹੈ, ਕੀ ਕੁਝ ਜਾਣਕਾਰੀ? ਓਵਰ ਟੂ ਯੂ।
ਦੇਖੋ ਬਿਲਕੁਲ ਗੌਰਵ, ਇੱਕ ਵੱਡਾ ਝਟਕਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਿਕਰਮ ਮਜੀਠੀਆ ਨੂੰ ਮਿਲਿਆ ਹੈ ਤੇ ਅੱਜ ਪੂਰੇ ਦਿਨ ਦੀ ਕਰੀਬ 4 ਘੰਟੇ ਤੋਂ ਵੀ ਵੱਧ ਤੋਂ ਸਮੇਂ ਦੀ ਅੱਜ ਬਹਿਸ ਚੱਲੀ ਹੈ। ਹਾਲਾਂਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਇਹ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਇੱਕ ਪੋਲੀਟੀਕਲੀ ਵੈਂਡਾਟਾ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ, ਲੇਕਿਨ ਬੇਲ ਡਿਸਮਿਸ ਹੋਈ ਹੈ ਤੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਯਾਨੀ ਕਿ ਹੁਣ ਹਾਈ ਕੋਰਟ ਦਾ ਰੁਖ ਵਿਕਰਮ ਮਜੀਠੀਆ ਨੂੰ ਕਰਨਾ ਪਏਗਾ ਕਿਉਂਕਿ ਮੋਹਾਲੀ ਕੋਰਟ ਤੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਰਾਹਤ ਨਹੀਂ ਮਿਲੀ। ਹਾਲਾਂਕਿ ਸਵੇਰ ਤੋਂ ਲੈ ਕੇ ਅਸੀਂ ਗੱਲ ਕਰੀਏ, ਜਿਹੜੇ ਇਹਨਾਂ ਦੇ ਵਕੀਲ ਸੀਗੇ, ਬਚਾਅ ਪਕਸ਼ ਦੇ ਜਿਹੜੇ ਵਕੀਲ ਸੀਗੇ, ਉਹਨਾਂ ਨੂੰ ਲਗਾਤਾਰ ਉਹਨਾਂ ਵੱਲੋਂ ਡੀਜੀਪੀ ਦੇ ਨਾਲ-ਨਾਲ ਜਿਹੜੇ ਲੀਡਰਸ ਨੇ, ਪੰਜਾਬ ਸਰਕਾਰ ਦੇ ਜਿਹੜੇ ਵੱਡੇ ਲੀਡਰਸ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਜਾਂ ਫਿਰ ਮੁੱਖ ਮੰਤਰੀ ਪੰਜਾਬ ਹੋਵੇ, ਉਹਨਾਂ ਤੇ ਨਿਸ਼ਾਨਾ ਸਾਧਿਆ ਤੇ ਗੱਲ ਕੀਤੀ ਜਾ ਰਹੀ ਸੀ ਕਿ ਸਿਰਫ ਇੱਕ ਪੋਲੀਟੀਕਲੀ ਵੈਂਡਾਟਾ ਗੱਲ ਕੀਤੀ ਜਾ ਰਹੀ ਹੈ। ਜਗਦੀਸ਼ ਭੋਲੇ ਦੀ, ਜਗਦੀਸ਼ ਚਹਿਲ ਦੀ ਤੇ ਹੋਰ ਸੱਤਾ ਮਿੰਦੀ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਰਮੇਸ਼ ਕੌਸ਼ਲ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪੂਰੇ ਤੱਥ ਦੇ ਆਧਾਰ ਤੇ ਐਸਟੀਐਫ ਦੀ ਰਿਪੋਰਟ ਦੇ ਆਧਾਰ ਤੇ ਇਹ ਮਾਮਲਾ ਦਰਜ ਹੋਇਆ, ਨਵਾਂ ਫਰੈਸ਼ ਮਾਮਲਾ ਦਰਜ ਹੋਇਆ। ਐਫਆਈਆਰ ਨੰਬਰ 2 ਵਿਕਰਮ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਤੇ ਪੂਰਾ ਜਿਹੜਾ ਇੱਕ ਪੂਰਾ ਤੱਥ ਦੇ ਆਧਾਰ ਤੇ 49 ਪੇਜ ਦੀ ਜਿਹੜੀ ਐਫਆਈਆਰ ਹੋਈ ਹੈ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ 27A ਐਨਡੀਪੀਐਸ ਐਕਟ ਦੀ ਧਾਰਾ ਜਿਹੜੀ 27A ਹੈ ਉਹ ਕਮਰਸ਼ੀਅਲ ਹੁੰਦੀ ਹੈ, ਇਹਦੇ ਵਿੱਚ ਲੋਅਰ ਕੋਰਟ ਤੋਂ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਬੇਲ, ਤੇ ਉਹੀ ਹੋਇਆ ਕਿ ਬੇਲ ਡਿਸਮਿਸ ਹੋਈ ਹੈ ਤੇ ਹੁਣ ਹਾਈ ਕੋਰਟ ਦਾ ਜਿਹੜਾ ਰੁਖ ਹੈ ਉਹ ਵਿਕਰਮ ਮਜੀਠੀਆ ਨੂੰ ਕਰਨਾ ਪਏਗਾ ਕਿ ਅੱਜ ਵੱਡਾ ਝਟਕਾ ਜਿਹੜਾ ਹੈ ਉਹ ਜ਼ਰੂਰ ਲੱਗਿਆ ਹੈ। ਵਕੀਲਾਂ ਨੇ ਸਾਫ਼ ਵੀ ਕਰ ਦਿੱਤਾ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ, ਉੱਤਰ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਪੂਰੇ ਮਾਮਲੇ ਨੂੰ ਚੈਲੰਜ ਕਰਾਂਗੇ ਔਰ ਅਗਾਊਂ ਜ਼ਮਾਨਤ ਦੀ ਅਰਜ਼ੀ ਹੁਣ ਉੱਤੇ ਦੀ ਅਦਾਲਤ ਦੇ ਵਿੱਚ ਲਗਾਈ ਜਾਵੇਗੀ। ਪਰ ਕੀ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਗ੍ਰਿਫਤਾਰ ਹੋਣਗੇ, ਇੱਕ ਵੱਡਾ ਸਵਾਲ ਜ਼ਰੂਰ ਹੈ। ਮਨੋਜ ਫਿਲਹਾਲ ਦੇ ਲਈ ਧੰਨਵਾਦ। ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ।